मेरे साथ आज एक बहुत ही मुअज़्ज़ज़ मेहमान हुसैन रज़ा वल्द अख्तर हुसैन। अस्सलाम वालेकुम। वालेकुम सलाम। कैसे हैं आप? कैसे फ़र्क भाई? सबसे पहले तो मैंने तो तुसी मैनू असल ना तो क्यों बुलाया, तुहानू क्यों पता लग गया? मैं तो होर ही बड़ा कुछ पता है। अच्छा जी। ਤੁਹਾਡੀ 4 शादियों का भी पता है? हैं? हाँ, ये 2 तो 4 किवें हो गए? शुक्र है 2 ते आए हो। यानी तुसी मैनू घेर घार के ते असल गल मेरे को पूछ ली है। चलो 2 तो 3 ते चले जाओ। नहीं की प्रोग्राम अगे? देखो जी, ਜਿਹੜੀ ਜ਼ਿੰਦਗੀ ਆਸਾਨੀ ਨਾਲ ਗੁਜ਼ਰ ਜਾਏ ਚੰਗੀ ਹੁੰਦੀ। ਸਾਡੀ ਮੇਰਾ ਇੱਕ ਦੋਸਤ ਸੀ, ਉਹਨੇ ਇੱਕ ਸ਼ਾਦੀ ਕੀਤੀ, ਅੱਛਾ ਜੀ। ਉਸ ਤੋਂ ਬਾਅਦ ਉਹਨੇ ਦੁਬਾਰਾ ਵਿਆਹ ਨਹੀਂ ਕੀਤਾ। ਅੱਛਾ ਜੀ। ਤੁਸੀਂ ਕਿਉਂ ਕਰ ਲਿਆ? ਮੈਂ ਬਸ ਉਹ ਕੁਝ ਚੀਜ਼ਾਂ ਨਸੀਬ 'ਚ ਹੁੰਦੀਆਂ ਨੇ। ਇਹ ਖੁਆਇਸ਼ ਸੀ, ਨਸੀਬ ਸੀ? ਨਹੀਂ, ਮੈਂ ਆਪਣੇ ਖਾਹਿਸ਼ ਨੂੰ ਨਸੀਬ ਦਾ ਨਾਂ ਦੇਣ ਦੀ। ਅੱਛਾ ਸਰ, ਇਹ ਦੱਸੋ, बड़ा दिल कर रहा सी तुहाडा बैठिए गप, तुहाडा प्यारा जिहा चेहरा, तुहाडी प्यारी जी गल्लां तुहाडे प्रोग्राम विच देखने हैं माशाअल्लाह। यूट्यूब ते 1 लाख तो ज़्यादा सबसक्राइबर्स भी। हनी अलबेला हनी अलबेला समझ आई, अलबेला साहब जी भी समझ आई, लेकिन कुछ साडे जिहड़े वेखण ने उन्होंने समझाओ कि किस तरह तुहाडे नाम इस तरह नाल चले ने। ਅਸਲ 'ਚ ਮੈਨੂੰ ਨਾ ਜੀ ਆਪਣਾ ਫਰਕ ਭਾਈ, ਮੈਨੂੰ ਸ਼ੌਕ ਸੀ ਬਚਪਨ ਤੋਂ ਹੀ। ਅੱਬੂ ਨੂੰ ਮੈਂ ਦੇਖਦਾ ਸਾਂ ਫਿਲਮਾਂ 'ਚ और अपना ड्रामे, फिर शोज़। उन्हों की जी लाइफ सी ना, वो मैंने बड़ा अट्रैक्ट करते सी। फिर वो जिथे जाते सन, उन्होंने जो लोग रिस्पैक्ट करते सन, वो मैं वो ना बड़ा, यानी कि मैं होंदा सी कि यार इस तरह का ही इंसान होना चाहिए। तो वो ख्वाहिश, वो जज्बात जोड़े ने, वो फिर उन्होंने हकीकत का रूप धारिया। जो मैं अपने वाले साहब ने कहा जी मैंने बड़ा शौक है, तो पहले तो उन्होंने बड़ा समझाया, तो फिर जो उन्होंने मेरे जज्बात देखे और मेरा शौक देखा और मेरा जुनून देखा, तो उन्होंने भी क्या, उन्होंने कहा अच्छा फिर तू आजमा लाया अपने आप को। लेकिन उन्होंने गल उन्होंने बड़ी परफेक्ट सी, अज भी मैंने याद है। मैंने कहते यार तू वाकई तेरा फैसला है, तू ही करना। मैं कहा जी। कहते ठीक है बहरहाल तू कर, मैं तेन मना नहीं कराँगा, लेकिन जे तू कहेगा कि मैं तेरी सिफारिश करा तो मैं सिफारिश नहीं करनी। ਤੁਹਾਡੀ ਪਹਿਲੀ ਐਂਟਰੀ ਕਿਸ ਤਰ੍ਹਾਂ ਹੋਈ? ਮੈਨੂੰ ਕੁਝ ਥੋੜਾ ਜਿਹਾ ਦੋਸਤਾਂ ਤੋਂ ਪਤਾ ਚੱਲਿਆ, ਕੋਈ ਪੀਟੀਵੀ ਵਿੱਚ ਕੋਈ ਪ੍ਰੋਗਰਾਮ ਸੀ, ਵਾਲਿਦ ਸਾਹਿਬ ਮੌਜੂਦ ਸਨ, ਤੁਸੀਂ ਵੀ ਸੋ। ਹਾਂਜੀ ਹਾਂਜੀ। ਉਹਦਾ ਵਾਕਿਆ ਸੁਣਾਓ ਸਰ। ਸਰ ਉਹ ਪੀਟੀਵੀ ਦਾ ਮੇਰਾ ਪਹਿਲਾ ਪਲੇ ਸੀ ਐਨਕ ਵਾਲਾ ਜਿੰਨ, ਤੇ ਉੱਥੋਂ ਮੇਰਾ ਸਟਾਰਟ ਸੀ। ਤੇ ਉਹ ਅੱਬੂ ਕਿਉਂਕਿ ਉਹ ਆਲਰੇਡੀ ਕਰੈਕਟਰ ਕਰ ਰਹੇ ਸਨ, ਉਹ ਯਫੂ ਯਫੂ ਯਫਾ ਫਤਾਇਆ ਬਾਲਾ, ਬੜਾ ਕਲਿੱਕ ਕਰੈਕਟਰ ਹੈਗਾ ਸੀ ਐਨਕ ਵਾਲੇ ਜਿੰਨ 'ਚ। ਤੇ ਅੱਬੂ ਨੂੰ ਕਿਤੇ ਬਾਹਰ ਜਾਣਾ ਪਿਆ ਯੂਰਪ, ਤੇ ਉਹ ਡਾਇਰੈਕਟਰ ਪ੍ਰੋਡਿਊਸਰ ਬੜਾ ਪਰੇਸ਼ਾਨ ਹੋਣ ਕਿ ਸਾਡਾ ਹਿੱਟ ਕਰੈਕਟਰ ਸੀ, ਬਾਹਰ ਜਾ ਰਹੇ ਹੁਣ ਅਸੀਂ ਕੀ ਕਰਾਂਗੇ, 1 ਮਹੀਨੇ ਦਾ ਗੈਪ ਕਿਵੇਂ ਦੇਵਾਂਗੇ। ਤੇ ਉਹ ਮੈਂ ਬੈਠਾ ਸਾਂ ਕਿਉਂਕਿ ਮੇਰਾ ਸ਼ੌਕ ਸੀ ਅੱਬੂ ਦੇ ਨਾਲ ਆਉਣਾ ਜਾਣਾ। ਤੇ ਅੱਬੂ ਨੇ ਨਾ ਮਜ਼ਾਕ ਨਾ ਕਿਹਾ, ਉਹਨੂੰ ਕਿਹਾ ਜੀ ਇਸ ਤਰ੍ਹਾਂ ਕਰੋ, ਜਾਦੂ ਵਾਲਾ ਡਰਾਮਾ ਹੈ, ਤੇ ਜਾਦੂ ਕਰਕੇ ਨਾ ਮੇਰੇ ਬੇਟੇ ਨੂੰ ਤੁਸੀਂ ਇਨ ਕਰਕੇ ਨਾ ਤੇ ਤਾਇਆ ਬਾ ਛੋਟਾ ਕਰ ਲਓ, ਯੰਗ। ਉਹ ਬੜਾ ਲਾਫਟਰ ਆਇਆ, ਤੇ ਉਹ ਲਾਫਟਰ ਦੇ ਦੌਰਾਨ ਹੀ ਨਾ ਮੈਨੂੰ ਜਿਹੜੇ ਡਾਇਰੈਕਟਰ ਸਨ ਉਹਨਾਂ ਨੇ ਮੈਨੂੰ ਦੇਖਿਆ, ਉਹਨੇ ਕਿਹਾ ਭਾਈ ਸਾਹਿਬ ਗੱਲ ਤੁਸੀਂ ਹਾਸੇ ਹਾਸੇ ਜੀ ਬੜੀ ਮਜ਼ੇਦਾਰ ਕਰ ਗਏ ਹੋ, ਇਹ ਹੋ ਸਕਦਾ। ਉਹਨੇ ਕਿਹਾ ਅੱਛਾ ਯਾਰ ਵੈਰੀ ਗੁੱਡ। ਉਹ ਇਸੇ ਚੱਕਰ 'ਚ ਮੈਨੂੰ ਉਹਨਾਂ ਨੇ ਸਕ੍ਰਿਪਟ ਦੇ ਦਿੱਤਾ। ਮੈਂ ਪੂਰੀ ਰਾਤ ਉਹਨੂੰ ਯਾਦ ਕਰਦਾ ਰਿਹਾ। ਉਹਨੂੰ ਇੰਨਾ ਕੁ ਮੈਂ ਯਾਦ ਕੀਤਾ ਕਿ ਮੈਂ ਸਾਰਾ ਭੁੱਲ ਗਿਆ। ਉਹ ਇੱਕ ਸ਼ੌਕ, ਇੱਕ ਜਨੂਨ, ਇੱਕ ਮੈਂ ਪੀਟੀਵੀ ਪਹੁੰਚਿਆ। ਅੱਛਾ ਨਾਲ ਜਾਣਾ ਇੱਕ ਹੋਰ ਗੱਲ ਹੁੰਦੀ, ਤੁਸੀਂ ਐਜ਼ ਆਰਟਿਸਟ ਖੁਦ ਜਾਓ। ਉਹ ਮੈਨੂੰ ਨਵਾਂ ਟੀਵੀ ਲੱਗਣ ਲੱਗ ਪਿਆ, ਪੀਟੀਵੀ, ਉੱਥੋਂ ਦੇ ਲੋਕ, ਫਿਰ ਉਹ ਕੈਮਰੇ ਮੈਨੂੰ ਲੱਗਣ ਕਿ ਜਿਵੇਂ ਪਤਾ ਨਹੀਂ ਖਾ ਜਾਣਗੇ। ਹਾਂਜੀ ਹਾਂਜੀ, ਉਹ ਅਜੀਬ ਜੀ ਮਾਹੌਲ ਤੇ ਸਾਰਾ। ਉਦੋਂ ਕੈਮਰੇ ਵੀ ਅਜੀਬੋ ਗਰੀਬ ਹੁੰਦੇ ਸਨ। ਹਾਂਜੀ। ਤੇ ਉਹ ਨਾ ਜੀ ਮੈਂ ਬਹਰਹਾਲ ਸ਼ਾਟ ਦਿੱਤਾ। ਉਹ ਸ਼ਾਟ ਕੁਦਰਤੀ ਪਰੇਸ਼ਾਨੀ ਦਾ ਸੀ ਕਿ ਮੈਨੂੰ ਆਪਣੀ ਪਰੇਸ਼ਾਨੀ ਸੀ, ਕਰੈਕਟਰ ਦੀ ਆਪਣੀ ਪਰੇਸ਼ਾਨੀ ਸੀ ਕਿ ਉਹ ਅਚਾਨਕ ਜਾਦੂ ਹੈ ਤੇ ਉਹ ਓਲਡ ਤੋਂ ਯੰਗ ਹੋ ਗਿਆ। ਉਹ ਹੋ ਗਿਆ ਪਹਿਲਾ ਸ਼ਾਟ। ਡਾਇਰੈਕਟਰ ਸਾਹਿਬ ਸਾਰੇ ਬੜਾ ਖੁਸ਼ ਹੋਏ, ਅੱਬੂ ਨੇ ਬੜਾ ਪਿਆਰ ਕੀਤਾ, ਮੈਨੂੰ ਕਹਿੰਦੇ ਯਾਰ ਵੈਰੀ ਗੁੱਡ ਤੂੰ। ਤੇ ਉਹ ਫਿਰ ਆਹਿਸਤਾ ਕਰ ਨਾ ਜੀ ਮੈਂ ਟੀਵੀ ਤੋਂ ਸਟਾਰਟ ਲਿਆ, ਫਿਰ ਮੈਂ ਥੀਏਟਰ ਵੱਲ ਆ ਗਿਆ। मेरी दिल से भी ख्वाहिश थी और मैं अपने अल्लाह पाक अगे भी यही रिक्वेस्ट की थी कि अल्लाह पाक मैं इन्ना ना टैलेंटेड हाँ, ना मैं ना कोई
ਗਈ ਹੈ ਤੇ ਉਹ ਬਸ ਮੇਰੀ ਖਾਹਿਸ਼ ਸੀ ਕਿ ਮੇਰੇ ਚੋਂ ਮੇਰੇ ਵਾਲਿਦ ਸਾਹਿਬ ਦੀ ਖੁਸ਼ਬੂ ਆਉਂਦੀ ਰਹੇ। ਬਾਹਰ ਕੁੱਕੜ ਦੀ ਆਵਾਜ਼ ਆ ਰਹੀ ਹੈ। ਹਾਂਜੀ ਕੁੱਕੜ ਵੀ ਰੱਖੇ ਨੇ ਅਸੀਂ ਥੋੜੇ ਪਕਾ ਹੀ ਲਓ। ਹੈ ਅਸੀਂ ਇੱਥੇ ਹੀ 2-3 ਘੰਟੇ ਨਾਲ ਦੇ ਆਂਦਾ ਕੁੱਕੜ ਹੈਗਾ ਦੇਖੋ। ਤੇ ਪਹਿਲੇ ਨਾਲ ਦੇ 6 ਕੇ ਸਹੀ ਕਰਿਆ ਗਿਆ ਨਾ ਕਰੋ ਖੁਦਾ ਦਾ ਵਾਸਤਾ ਜੇ। ਅੱਛਾ ਮੇਰੇ ਖਿਆਲ ਤੁਸੀਂ ਪ੍ਰੋਗਰਾਮ ਕੁੱਕੜ ਵਾਸਤੇ ਰੱਖਿਆ। ਨਹੀਂ ਮੈਨੂੰ ਹਸੈਨ ਨੇ ਕਿਹਾ ਉਹਨੂੰ ਕੋਈ ਵੀ ਖਾ ਲੈ। ਮੈਂ ਕਿਹਾ ਅਸੀਂ ਖਾ ਲੈਨੇ ਆ ਕੇ। ਨਹੀਂ ਇੰਸ਼ਾ ਤੇਰਾ ਕੁੱਕੜ ਪਕਾਣੇ ਆ। ਮੈਂ ਕੋਈ ਕੁੱਕੜ ਕੋਲ ਪੁੱਛ ਲਾਂ। ਕੁੱਕੜ ਮੰਨ ਜਾਏਗਾ। ਕੋਸ਼ਿਸ਼ ਕਰਨ ਚ ਕੀ ਹਰਜ ਪਹਿਲੇ ਮੰਨੇ ਸਨ। ਹੈ ਨਹੀਂ ਇੱਕ ਵਾਰੀ ਮੰਨਿਆ ਸੀ ਤੇ ਉਸ ਤੋਂ ਬਾਅਦ ਮੈਂ ਨਹੀਂ ਮੰਨਿਆ। ਉਹ ਨਾ ਬਜ਼ੁਰਗ ਜਿਹਾ ਕੁੱਕੜ ਹੈ ਉਹਨੂੰ ਪਹਿਲੇ ਯਾਨੀ ਕਿ ਹਲਾਲ ਕਰਨ ਵਾਸਤੇ ਉਹਦੀ ਖਿਦਮਤ ਕਰਨੀ ਪੈਂਦੀ। ਨਹੀਂ ਦੁਆਵਾਂ ਲੋ ਦੀਆਂ ਲੱਤਾਂ ਘੁੱਟਣੀਆਂ ਪੈਂਦੀਆਂ। ਇੱਕ ਵਾਰੀ ਮੈਂ ਕੁੱਕੜ ਦੀਆਂ ਲੱਤਾਂ ਘੁੱਟੀਆਂ ਉਹ ਸੌ ਗਿਆ। ਮੈਂ ਫਿਰ ਉਹਨੂੰ ਕੁਛ ਨਹੀਂ ਕਿਹਾ। ਮੈਂ ਕਿਹਾ ਬਾਬਾ ਜੀ ਫਿਰ ਮੈਨੂੰ ਕੋਈ ਹੋਰ ਜਾਨਵਰ ਲੈ। ਦੁਬਾਰਾ ਨਹੀਂ ਉੱਠਿਆ। ਨਹੀਂ ਥੋੜਾ ਕਿੱਥੋਂ ਸੀ। ਤੇ ਉਹ ਫਰਕ ਭਾਈ ਫਿਰ ਜ਼ਿੰਦਗੀ ਦਾ ਸਫ਼ਰ ਚੱਲਦਾ ਰਿਹਾ। ਬੜਾ ਡਿਸਾਰਡ ਮੈਂ ਹੋਇਆ। ਲੋਕਾਂ ਨੇ ਕਿਹਾ ਅਲਬੇਲਾ ਸਾਹਿਬ ਤੂੰ ਕਿਵੇਂ ਬਣੇਗਾ। ਮੈਂ ਕਿਹਾ ਯਾਰ ਮੈਂ ਨਹੀਂ ਬਣਨਾ ਚਾਹੁੰਦਾ ਨਾ ਮੈਂ ਬਣ ਸਕਦਾ ਨਾ ਮੇਰੀ ਔਕਾਤ ਹੈ ਨਾ ਮੇਰੀ ਇੰਨੀ ਕੈਪੈਸਿਟੀ ਹੈ। ਯਾਨੀ ਕਿ ਕਿਸ ਤਰ੍ਹਾਂ ਹੋ ਸਕਦਾ ਹੈ। ਲੇਕਿਨ ਮਾਲਿਕ ਜਿਹੜਾ ਨਾ ਉਹ ਐਡਾ ਗਫੂਰ ਰਹੀਮ ਹੈ। ਉਹ ਐਡਾ ਗਫੂਰ ਰਹੀਮ ਹੈ ਕਿ ਉਹ ਸਾਡੇ ਵਰਗੇ ਲੋਕਾਂ ਨੂੰ ਕਾਮਯਾਬ ਕਰਕੇ ਲੋਕਾਂ ਨੂੰ ਦਹਾ ਰਿਹਾ ਹੁੰਦਾ ਕਿ ਮੈਂ ਇੰਜ ਵੀ ਕਰ ਸਕਦਾ। ਵਾਲਿਦ ਸਾਹਿਬ ਨਾਲ ਤੁਹਾਨੂੰ ਬਹੁਤ ਪਿਆਰ। ਅਲਹਮਦੁਲਿਲਾ ਬਿਲਕੁਲ ਜਿਸ ਤਰ੍ਹਾਂ ਹੁੰਦਾ ਆਈਡੀਅਲ ਹਰ ਵਕਤ ਨਾਲ ਹੀ ਰਹੇ ਫਿਰ ਨਾਲੋਂ ਚਲੇ ਗਏ ਸਾਥ ਛੱਡਤਾ। ਨਹੀਂ ਇਸ ਕਰਕੇ ਨਹੀਂ ਮੇਰੇ ਇਸ ਤਰ੍ਹਾਂ ਕਰਕੇ ਤੁਸੀਂ ਉਹਨੂੰ ਲਹਿਰ ਚ ਪਾਇਆ। ਮੈਨੂੰ ਯਾਦ ਹੈ ਲੇਪ ਕਰਦੇ ਸੋ ਪੇ ਕਬਰ ਕੀ ਉਸ ਲਈ ਤੁਹਾਡੀ ਫੀਲਿੰਗ ਸੀ ਔਰ ਕੀ ਤੇ ਤੁਸੀਂ ਬਸ ਉਹ ਮੈਨੂੰ ਮੈਂ ਉਹ ਫੀਲਿੰਗ ਹੁਣ ਸੋਚਦਾ ਨਹੀਂ ਕਿਉਂਕਿ ਮੇਰੇ ਕੋਲ ਨਾ ਫਿਰ ਉਹ ਬਰਦਾਸ਼ਤ ਨਹੀਂ ਹੁੰਦਾ ਉਹ ਚੀਜ਼ਾਂ। ਉਹ ਮੈਂ ਅਸੀਂ ਇਹ ਸੁਣਨਾ ਚਾਹਾਂਗੇ ਸਰ। ਉਹ ਬਸ ਉਹ ਮੈਂ ਉਹਨਾਂ ਨੂੰ ਲੇਪ ਕਰ ਰਿਹਾ ਸੀ ਮੈਂ ਉਹਨਾਂ ਦੀ ਕਬਰ ਤੇ ਦੇਖਦਾ ਇੱਕਦਮ ਮੈਨੂੰ ਯਾਨੀ ਕਿ ਮਿੱਟੀ ਜਿਹੜੀ ਨਾ ਉਹ ਗ੍ਰੀਨ ਨਜ਼ਰ ਆਉਣ ਲੱਗ ਪਈ। ਬਿਲਕੁਲ ਉਹ ਜਿਹੜਾ ਐਜ ਹੁੰਦਾ ਆ ਜਿਸੇ ਤੁਸੀਂ ਲੇਪ ਜੀ ਤੇ ਮੈਂ ਇੱਧਰ ਸਾਈਡਾਂ ਉੱਤੇ ਤੇ ਮੈਂ ਦੇਖਿਆ ਮੈਂ ਕਿਹਾ ਯਾਰ ਬਾਕੀ ਮਿੱਟੀ ਹੈਗੀ ਹੈ ਸਾਰੀ ਤੇ ਇੰਨਾ ਉਹ ਕਿਉਂਕਿ ਉਹ ਅੱਲਾ ਵਾਲੇ ਲੋਕ ਸਨ ਔਰ ਹਜ਼ੂਰ ਪਾਕ ਸੱਲਮ ਦੇ ਨਾਲ ਉਹਨਾਂ ਦੀ ਜੋ ਮੁਹੱਬਤ ਜੋ ਇਸ਼ਕ ਸੀ ਉਹਨਾਂ ਦਾ ਮੈਂ ਬਿਆਨ ਨਹੀਂ ਕਰ ਸਕਦਾ ਕਿ ਕਿਸ ਤਰ੍ਹਾਂ ਦਾ ਉਹ ਅਕਸਰ ਉਹ ਹਜ਼ੂਰ ਪਾਕ ਸੱਲਮ ਦਾ ਨਾਲ ਲੈ ਕੇ ਤੇ ਰੋਣ ਲੱਗ ਪੈਂਦੇ ਸਨ। ਤੇ ਉਹ ਬਸ ਉਹ ਜਿਹੜੀ ਉਹਨਾਂ ਦੀ ਨਿਸਬਤ ਚੱਲ ਰਹੀ ਸੀ ਉਹੀ ਚੀਜ਼ ਉਹ ਅਲਹਮਦੁਲਿਲਾ ਸਾਡੇ 'ਚ ਵੀ ਔਰ ਉਹ ਚੀਜ਼ ਯਾਨੀ ਕਿ ਕਨਵਰਟ ਹੋ ਜਾਵੇ ਦੁਆ ਹੈ ਹੋ ਨਹੀਂ ਸਕਦੀ। ਇਹ ਵੀ ਇੱਕ ਬੜੇ ਤੁਹਾਡੀ ਅੱਖਾਂ ਬੋਲ ਰਹੀਆਂ ਨਸੀਬਾਂ ਦੀ ਗੱਲ ਹੁੰਦੀ। ਮੈਂ ਤੇ ਬਸ ਇਸ ਸਮਝਣਾ ਮੈਂ ਥੋੜਾ ਜਿਹਾ ਚੇਂਜ ਕਰਨਾ। ਹਾਂ ਪਲੀਜ਼ ਉੱਥੋਂ ਚੱਲਿਆ ਮੁੰਡਾ ਟਿਸ਼ੂ ਪਰ ਦੇ ਯਾਰ। ਨਹੀਂ ਡੋਂਟ ਵਰੀ ਇਹ ਕਿਉਂਕਿ ਇੱਕ ਐਸੀ ਹਕੀਕਤ ਹੈ ਆਪਣਾ ਫਾਰੂਕ ਭਾਈ ਕਿ ਮੇਰੇ ਖਿਆਲ ਬੜੇ ਨਸੀਬ ਵਾਲੇ ਕੋ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਸੀਬ ਹੋਣ। ਮੈਂ ਤੇ ਕਿਉਂਕਿ ਜ਼ਿੰਦਗੀ ਇੱਕ ਐਸਾ ਸਿਸਟਮ ਹੈ ਕਿ ਇਹਨੇ ਖਤਮ ਹੋ ਜਾਣਾ ਕਿਤੇ ਵੀ। ਲੇਕਿਨ ਜਿਹੜੀ ਤੁਹਾਡੇ ਇਨਾਮਾਤ ਨੇ ਜਿਹੜਾ ਅੱਲਾਹ ਪਾਕ ਤੁਹਾਨੂੰ ਨਵਾਜ਼ਦਾ ਹੈ ਉਹ ਨਹੀਂ ਖਤਮ ਹੁੰਦੇ। ਅੱਬੂ ਚਾਹੁੰਦੇ ਸਨ ਕਿ ਮੈਂ ਕੋਈ ਥੋੜ੍ਹਾ ਜਿਹਾ ਨਾ ਮਜ਼ੀਦ ਹੋਰ ਪੜ੍ਹ ਲਵਾਂ। ਮੈਂ ਬੈਠੇ ਇੱਕ ਦਿਨ ਤੇ ਮੈਨੂੰ ਕਹਿੰਦੇ ਯਾਰ ਮੈਂ ਤੈਨੂੰ ਸਿਰਫ ਇਜਾਜ਼ਤ ਦਿੱਤੀ ਸੀ ਸ਼ੌਕ ਵਾਸਤੇ ਕਿ ਚੱਲ ਤੂੰ ਆਪਣਾ ਸ਼ੌਕ ਪੂਰਾ ਕਰ ਲੈ ਤੂੰ ਇਹਨੂੰ ਪ੍ਰੋਫੈਸ਼ਨ ਦੇ ਤੌਰ 'ਤੇ ਕਰਨਾ ਚਾਹ ਰਿਹਾ ਤੇ ਦੇਖ ਲੈ ਬੜਾ ਟਫ ਕੰਮ ਗਈ। ਤੇ ਮੈਨੂੰ ਕਹਿੰਦੇ ਮੈਂ 30-35 ਸਾਲ ਲਾ ਕੇ ਤੇ ਪੁੱਤਰ ਸਿਰਫ ਇੱਜ਼ਤ ਕਮਾਈ ਹੈ ਤੇ ਜੇ ਇਹਨੂੰ ਵਧਾ ਨਾ ਸਕੇ ਤੈਨੂੰ ਘਟਾਈ ਨਾ ਯਾਰ। ਵਾਹ ਵਾਹ ਵਾਹ। ਉਹ ਮੈਨੂੰ ਆਈਡੀਆ ਹੋ ਗਿਆ ਸੀ ਕਿ ਵਾਕਈ ਯਾਰ ਕਿੰਨਾ ਯਾਨੀ ਕਿ ਬਾਰੀਕ ਕੰਮ ਹੈ ਕਿ ਤੁਸੀਂ 20 ਸਾਲ ਲਗਾਤਾਰ ਹਸਾ ਰਹੇ ਹੋ ਠੀਕ ਹੈ ਜੀ। ਤੁਸੀਂ 1 ਮਹੀਨਾ ਕੰਮ ਛੱਡ ਦਿਓ ਤਾਂ ਤੁਸੀਂ ਆਫ ਹੋ ਜਾਂਦੇ ਹੋ।